ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੂਰੇ ਵਿਸ਼ਵ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਤਮਸਤਕ ਹੋਣ ਵਾਲੀ ਸਿੱਖ ਸੰਗਤ ਦਾਸ ਹਰਦੀਪ ਸਿੰਘ USA ਤੋਂ ਅੱਜ ਪਹਿਲੀ ਵਾਰ ਵੀਡੀਓ ਬਣਾਉਣ ਲੱਗਾ। ਬੜੇ ਸਾਲ ਹੋ ਗਏ ਨੇ ਸੋਚਦਿਆਂ ਨੂੰ, ਪਰ ਅੱਜ ਮਨ ਬਣਾਇਆ ਕਿ ਗੁਰਬਾਣੀ ਦੀ ਪ੍ਰਚਾਰ ਜਿਹੜਾ ਹੈ ਗੁਰੂ ਕਾ ਸਿੱਖ ਕਿਤੇ ਵੀ ਬੈਠਾ ਕਰ ਸਕਦਾ। ਜ਼ਰੂਰੀ ਨਹੀਂ ਕਿ ਪ੍ਰਚਾਰ ਇਕੱਲੇ ਗੁਰਦੁਆਰਿਆਂ ਵਿੱਚ ਹੀ, ਅੱਜ ਕੱਲ੍ਹ ਤੇ ਇੰਟਰਨੈਟ ਤੇ ਸਾਰਾ ਕੁਝ ਪਿਆ ਹੋਇਆ ਹੈ। ਬਸ ਖੋਜਣ ਦੀ ਲੋੜ ਆ, ਪੜ੍ਹਨ ਦੀ ਲੋੜ ਆ। ਬਹੁਤ ਵੱਡੀ ਘਾਟ ਪੜ੍ਹਨ ਦੀ ਹੋਣ ਕਰਕੇ ਸਾਡੀ ਕੌਮ ਦੇ ਵਿੱਚ ਅਗਿਆਨਤਾ ਜਿਹੜੀ ਸਾਨੂੰ ਦਿਸਦੀ ਆ, ਨਜ਼ਰ ਆ ਰਹੀ ਹੈ। ਜੇ ਕਿਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਾਂ ਅਰਥਾਂ ਸਮੇਤ ਪੜ੍ਹਿਆ ਹੁੰਦਾ, ਭਾਵਨਾ ਦੇ ਨਾਲ, ਸਮਝਣ ਦੀ ਬਿਰਤੀ ਦੇ ਨਾਲ ਪੜ੍ਹਿਆ ਹੁੰਦਾ, ਤੇ ਸ਼ਾਇਦ ਸਿੱਖ ਸਮਾਜ ਦਾ ਨਕਸ਼ਾ ਜਿਹੜਾ ਉਹ ਕੁਝ ਹੋਰ ਹੁੰਦਾ। ਛੋਟੇ ਹੁੰਦਿਆਂ ਤੋਂ ਹੀ ਜਿੰਨੀਆਂ ਵੀ ਸੰਪਰਦਾਵਾਂ ਨੇ ਜਾਂ ਸਾਡੇ ਪੁਰਾਣੇ ਪ੍ਰਚਾਰਕ ਕਥਾਵਾਚਕ ਹੋਏ ਨੇ, ਉਹਨਾਂ ਕੋਲ ਇਤਿਹਾਸ ਸੁਣਦੇ ਰਹੇ ਹਾਂ, ਸਾਖੀਆਂ ਸੁਣਦੇ ਰਹੇ ਹਾਂ, ਕੁਝ ਮਨ ਘੜਤ, ਕੁਝ ਇਤਿਹਾਸਕ, ਕੁਝ ਕਰਾਮਾਤੀ ਜਿਹੜੀਆਂ ਸਾਖੀਆਂ ਅਸੀਂ ਸੁਣਦੇ ਰਹੇ ਹਾਂ। ਪੁਜਾਰੀ ਜਿਹੜਾ ਉਹ ਬੜਾ ਚਲਾਕ ਸੀ। ਉਹਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹੜੇ ਇਹੋ ਜਿਹੇ ਕਈ ਸ਼ਬਦ ਆਏ ਨੇ ਜਿਨ੍ਹਾਂ ਦਾ ਗਲਤ ਮੀਨਿੰਗ ਕੱਢ ਕੇ ਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ, ਔਰ ਬੜੇ ਵੱਡੇ ਪੈਮਾਨੇ ਤੇ ਕੀਤਾ। ਜਿਵੇਂ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋਵੈ। ਇੱਥੇ ਗੁਰੂ ਸਾਹਿਬ ਨੇ ਕੁਝ ਹੋਰ ਸਾਨੂੰ ਸਮਝਾਉਣ ਦਾ ਯਤਨ ਕੀਤਾ, ਪਰ ਪੁਜਾਰੀ ਨੇ ਸਰੋਵਰ ਦੇ ਵਿੱਚ ਕਾਲੇ ਕਾਂ ਡੁਬੋ ਕੇ ਤੇ ਚਿੱਟੇ ਕੱਢ ਦਿੱਤੇ, ਤੇ ਨਾਲ ਰਜਨੀ ਵਾਲੀ ਸਾਖੀ ਜਿਹੜੀ ਆ ਉਹ ਜੋੜ ਦਿੱਤੀ ਕਿ ਉਹਦੇ ਘਰ ਵਾਲੇ ਨੇ ਜਦੋਂ ਕਾਲੇ ਕਾਂ ਸਰੋਵਰ ਦੇ ਵਿੱਚ ਵੜਦੇ ਵੇਖੇ ਤੇ ਚਿੱਟੇ ਹੋ ਕੇ ਨਿਕਲਦੇ ਸੀ, ਤੇ ਉਹਨੇ ਵੀ ਛਪੜੀ ਵਿੱਚ ਨਹਾਤਾ ਤੇ ਉਹ ਤੰਦਰੁਸਤ ਹੋ ਗਿਆ, ਉਹਨੇ ਇੱਕ ਹੱਥ ਬਚਾ ਲਿਆ, ਜਿਵੇਂ ਅਸੀਂ ਸਾਰੀ ਕਹਾਣੀ ਸੁਣਦੇ ਹਾਂ। ਪਰ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਰਥ ਪੜ੍ਹੀਏ ਸਹੀ ਤਰੀਕੇ ਨਾਲ, ਕਿਉਂਕਿ ਹੁਣ ਤੱਕ ਮੱਥੇ ਹੀ ਟੇਕੇ ਗਏ ਨੇ, ਰੁਮਾਲਿਆਂ ਦੇ ਵਿੱਚ ਲਪੇਟ ਕੇ ਰੱਖਿਆ ਗਿਆ। ਜੇ ਅਸੀਂ ਪੜ੍ਹਦੇ ਤਾਂ ਸਾਨੂੰ ਸਮਝ ਪੈਂਦੀ। ਸਾਨੂੰ ਵੀ ਹੁਣ ਸਮਝ ਪੈਣੀ ਸ਼ੁਰੂ ਹੋਈ ਹੈ ਜਦੋਂ ਤੋਂ ਅਸੀਂ ਗੁਰਬਾਣੀ ਦੇ ਅਰਥ ਪੜ੍ਹਨੇ ਸ਼ੁਰੂ ਕੀਤੇ ਆ। ਇੱਕ ਵਾਰੀ ਕੈਨੇਡਾ ਦੀ ਸ਼ਾਇਦ ਵੀਡੀਓ ਹੈ, ਉਹਦੇ ਵਿੱਚ ਸਰਬਜੀਤ ਸਿੰਘ ਧੁੰਦਾ ਦੇ ਨਾਲ ਕੁਝ ਟਕਸਾਲ ਦੇ ਵੀਰ ਜਿਹੜੇ ਨੇ ਉਹ ਵਿਚਾਰ ਕਰ ਰਹੇ ਨੇ, ਤੇ ਜਿਵੇਂ ਕਰਾਮਾਤੀ ਕਹਾਣੀਆਂ ਸਾਨੂੰ ਸੁਣਾਈਆਂ ਗਈਆਂ ਨੇ ਜਾਂ ਗੁਰੂ ਸਾਹਿਬਾਂ ਨੂੰ ਕਰਾਮਾਤੀ ਸਿੱਧ ਕੀਤਾ ਗਿਆ ਹੈ, ਉਸੇ ਆਧਾਰ ਤੇ ਹੀ ਵਿਚਾਰ ਕਰਦਿਆਂ ਕਿਸੇ ਨੇ ਸਵਾਲ ਕੀਤਾ, ਤੇ ਉਹਦੇ ਜਵਾਬ ਵਿੱਚ ਸਰਬਜੀਤ ਸਿੰਘ ਧੁੰਦਾ ਨੇ ਇਹ ਗੱਲ ਕਹੀ ਕਿ ਗੁਰਬਾਣੀ ਵਿੱਚ ਇਹ ਲਿਖਿਆ ਕਿ ਜਲ ਕੀ ਮਛਲੀ ਚਰੈ ਖਜੂਰ, ਪਾਣੀ ਦੇ ਵਿੱਚ ਰਹਿਣ ਵਾਲੀ ਮੱਛੀ ਜਿਹੜੀ ਆ ਖਜੂਰ ਤੇ ਚੜ੍ਹ ਗਈ। ਪਰ ਵਿਚਾਰਨ ਵਾਲੀ ਗੱਲ ਹੈ ਕਿ ਜਲ ਦੀ ਮਛਲੀ ਜਿਹੜੀ ਉਹ ਖਜੂਰ ਤੇ ਕਿਵੇਂ ਚੜ੍ਹ ਸਕਦੀ ਹੈ, ਉਹ ਕਿਸਦੇ ਬਾਬਤ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਲਿਖਿਆ। ਤੇ ਉੱਥੇ ਜਿਹੜੇ ਵੀਰ ਬੈਠੇ ਸਨ ਉਹਨਾਂ ਨੇ ਸਵਾਲ ਕੀਤਾ ਵੀ ਜੇ ਗੁਰੂ ਚਾਹਵੇ ਤੇ ਸਭ ਕੁਝ ਹੋ ਸਕਦਾ, ਮਤਲਬ ਜਲ 'ਚ ਰਹਿਣ ਵਾਲੀ ਮਛਲੀ ਜਿਹੜੀ ਆ ਖਜੂਰ ਤੇ ਚੜ੍ਹ ਸਕਦੀ ਜੇ ਗੁਰੂ ਚਾਹਵੇ ਤੇ। ਪਰ ਉੱਥੇ ਅਰਥ ਕੁਝ ਹੋਰ ਗੁਰੂ ਸਾਹਿਬ ਨੇ ਸਾਨੂੰ ਦੱਸੇ ਨੇ। ਕੱਲੀ ਇਹੋ ਹੀ ਪੰਕਤੀ ਨਹੀਂ, ਜਲ ਕੀ ਮਛਲੀ ਚਰੈ ਖਜੂਰ, ਹੋਰ ਬਹੁਤ ਸਾਰੀਆਂ ਐਸੀਆਂ ਪੰਕਤੀਆਂ ਆਉਂਦੀਆਂ ਨੇ ਜਿਹੜੇ ਭਗਤਾਂ ਦੀ ਬਾਣੀ ਦੇ ਵਿੱਚ, ਜਿਹਦੇ ਸਿੱਧੇ ਜੇ ਤੁਸੀਂ ਅਰਥ ਕਰੋਗੇ ਬਾਹਰੀ ਤੌਰ ਤੇ
ਫਿਰ ਤੁਹਾਨੂੰ ਇਹੋ ਕਰਾਮਾਤੀ ਗੱਲਾਂ ਹੀ ਕਰਨੀਆਂ ਪੈਣਗੀਆਂ ਕਿ ਜੇ ਰੱਬ ਚਾਵੇ ਜਾਂ ਗੁਰੂ ਚਾਵੇ ਤੇ ਸਭ ਕੁਝ ਹੋ ਸਕਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਨੂੰ ਕਰਾਮਾਤਾਂ ਦੀਆਂ ਕਹਾਣੀਆਂ, ਕਰਾਮਾਤਾਂ ਦੀਆਂ ਬਾਤਾਂ ਨਹੀਂ ਸਮਝਾਈਆਂ। ਸਾਨੂੰ ਗੁਰੂ ਸਾਹਿਬ ਨੇ ਜਾਂ ਸਾਡੇ ਭਗਤਾਂ ਦੀ ਬਾਣੀ ਜਿਹੜੀ ਆ ਉਹਦੇ ਵਿੱਚ ਸਾਨੂੰ ਕੁਝ ਜਿਹੜੇ ਉਪਦੇਸ਼ ਦਿੱਤੇ ਨੇ ਉਹ ਹੋਰ ਨੇ। ਬਹੁਤ ਸਾਰੇ ਐਸੇ ਸ਼ਬਦ ਨੇ ਜਿਨ੍ਹਾਂ ਨੂੰ ਖੋਜਣ ਦੀ, ਜਿਨ੍ਹਾਂ ਨੂੰ ਪੜ੍ਹਨ ਦੀ, ਵਿਚਾਰਨ ਦੀ ਲੋੜ ਹੈ। ਜਿਵੇਂ ਪਹਿਲਾਂ ਪੂਤ ਪਛੈਰੀ ਮਾਈ। ਹੁਣ ਆਮ ਤੌਰ ਤੇ ਮਾਂ ਜਿਹੜੀ ਆ ਉਹ ਹੀ ਬੱਚੇ ਨੂੰ ਜਨਮ ਦਿੰਦੀ ਆ। ਪਹਿਲਾਂ ਮਾਂ ਪ੍ਰਗਟ ਹੋਈ ਹੁੰਦੀ ਆ ਤੇ ਬਾਅਦ ਵਿੱਚ ਬੱਚਾ ਪੈਦਾ ਹੁੰਦਾ। ਪਹਿਲਾਂ ਪੂਤ ਪਛੈਰੀ ਮਾਈ। ਪਰ ਕਬੀਰ ਸਾਹਿਬ ਕਹਿੰਦੇ ਵੀ ਪਹਿਲਾਂ ਪੁੱਤ ਆਇਆ ਤੇ ਮਾਂ ਬਾਅਦ ਚ ਆਈ। ਇਹ ਵਿਚਾਰਨ ਵਾਲੀ ਗੱਲ ਇਹ ਕਿਵੇਂ ਹੋ ਸਕਦੀ ਹੈ? ਫਿਰ ਇੱਕ ਥਾਂ ਗੁਰੂ ਸਾਹਿਬ ਕਹਿੰਦੇ ਨੇ, ਬਿਨ ਅਸਥਨ ਗਊ ਲਵੇਰੀ। ਥਣਾ ਤੋਂ ਬਿਨਾਂ ਗਊ ਜਿਹੜੀ ਉਹ ਲਵੇਰੀ ਹੋ ਗਈ। ਉਹ ਕਿਵੇਂ ਹੋ ਗਈ? ਹੁਣ ਜੇ ਅਸੀਂ ਕਰਾਮਾਤੀ ਸਿਸਟਮ ਦੇ ਨਾਲ ਵਿਚਾਰ ਕਰੀਏ ਤੇ ਫਿਰ ਪਰਮਾਤਮਾ ਚਾਵੇ, ਜੇ ਗੁਰੂ ਚਾਵੇ ਤੇ ਬਿਨਾਂ ਥਣਾ ਤੋਂ ਵੀ ਗਊ ਲਵੇਰੀ ਹੋ ਸਕਦੀ ਆ। ਜੇ ਮੰਨ ਲਿਆ ਜਾਵੇ ਕਿ ਜੇ ਪਰਮਾਤਮਾ ਚਾਵੇ ਤੇ ਹੋ ਸਕਦੀ ਆ, ਪਰਮਾਤਮਾ ਸਭ ਕੁਝ ਕਰ ਸਕਦਾ, ਮੰਨਦੇ ਆ ਵੀ ਪਰਮਾਤਮਾ ਸਭ ਕੁਝ ਕਰ ਸਕਦਾ, ਏਦਾਂ ਹੋ ਸਕਦਾ। ਪਰ ਜਿਹੜੀ ਗੱਲ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਸਾਨੂੰ ਦੱਸੀ ਆ ਜਾਂ ਭਗਤਾਂ ਨੇ ਸਾਨੂੰ ਦੱਸੀ ਆ ਵੀ ਵਾਕਿਆ ਹੀ ਇਹਦੇ ਅਰਥ ਉਹ ਬਣਦੇ ਨੇ ਕਿ ਜੇ ਪਰਮਾਤਮਾ ਚਾਵੇ ਤੇ ਬਿਨਾਂ ਥਣਾ ਤੋਂ ਗਊ ਜਿਹੜੀ ਆ ਉਹ ਲਵੇਰੀ ਹੋ ਸਕਦੀ ਹੈ। ਤੇ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਇਹ ਸ਼ਬਦ ਜਿਹੜਾ ਹੈ ਇੱਕ ਮੈਂ ਆਪ ਜੀ ਦੇ ਨਾਲ ਸਾਂਝਾ ਕਰਨ ਲੱਗਾ। ਇਹਦੀ ਆਪਾਂ ਵਿਚਾਰ ਕਰਨੀ ਆ ਕਿਉਂਕਿ ਵੀਡੀਓ ਵੀ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ। ਕਿ ਬਿਨ ਅਸਥਨ ਗਊ ਲਵੇਰੀ। ਬਿਨਾਂ ਥਣਾ ਤੋਂ ਗਊ ਜਿਹੜੀ ਆ ਉਹ ਲਵੇਰੀ ਹੋ ਗਈ। ਉੱਥੇ ਕਿਹਦੇ ਬਾਬਤ, ਕਿਹਦੇ ਬਾਰੇ ਕਬੀਰ ਸਾਹਿਬ ਨੇ ਇਹ ਗੱਲ ਕਹੀ ਆ? ਆਓ ਆਪਾਂ ਇਸ ਚੀਜ਼ ਨੂੰ ਵਿਚਾਰਦੇ ਹਾਂ ਤੇ ਨਾਲ ਦੀ ਨਾਲ ਹੀ ਆਪਾਂ ਵਿਚਾਰ ਸਾਂਝੀ ਕਰਾਂਗੇ। ਨਾਲ ਦੀ ਨਾਲ ਸ਼ਬਦ ਮੈਂ ਆਪ ਜੀ ਨੂੰ ਸਕਰੀਨ ਦੇ ਵਿੱਚ ਲਿਆ ਕੇ ਦਿਖਾ ਰਿਹਾ। ਆਹ ਸ਼ਬਦ ਆ ਜੀ, ਬਿਨ ਅਸਥਨ ਗਊ ਲਵੇਰੀ। ਸਿੱਧੇ ਅਰਥ ਤੇ ਇਹੋ ਬਣਦੇ ਆ ਵੀ ਬਿਨਾਂ ਥਣਾ ਤੋਂ ਗਊ ਜਿਹੜੀ ਉਹ ਲਵੇਰੀ ਹੋ ਗਈ। ਹੁਣ ਤੁਸੀਂ ਨੈਟ ਤੋਂ ਪੜ੍ਹ ਸਕਦੇ ਹੋ, ਸਾਰਾ ਕੁਝ ਨੈਟ ਤੇ ਪਿਆ ਹੋਇਆ ਵੀ ਗਾਂ ਕਿਹਨੂੰ ਕਿਹਾ ਗਿਆ। ਇੱਥੇ ਸਿੱਧੇ ਸਿੱਧੇ ਅਰਥ ਸਾਨੂੰ ਵੇਖਣ ਦੇ ਵਿੱਚ ਆਉਂਦੇ ਵੀ ਮਾਇਆ ਰੂਪੀ ਗਾਂ ਦੀ ਗੱਲ ਕੀਤੀ ਆ। ਇਸ ਮਾਇਆ ਰੂਪ ਗਾਂ ਪਾਸੋਂ ਸੁੱਖ ਤਾਂ ਨਹੀਂ ਮਿਲ ਸਕਦੇ, ਪਰ ਇਹ ਮਨ ਨੂੰ ਝੂਠੇ ਪਦਾਰਥਾਂ ਰੂਪ ਦੁੱਧ ਵਿੱਚ ਮੋਹ ਰਹੀ ਹੈ। ਮਾਇਆ ਨੂੰ ਗਾਂ ਆਖਿਆ ਹੈ ਤੇ ਨਾਲ ਇਹ ਸਮਝਾਇਆ ਵੀ ਇਹ ਮਨ ਨੂੰ ਝੂਠੇ ਪਦਾਰਥਾਂ ਰੂਪ ਦੁੱਧ ਵਿੱਚ ਮੋਹ ਰਹੀ ਹੈ। ਇਹ ਸਾਰਾ ਸ਼ਬਦ ਆਪਾਂ ਵਿਚਾਰਦੇ ਹਾਂ ਕਿਉਂਕਿ ਕਿਸੇ ਇੱਕ ਪੰਕਤੀ ਦੇ ਨਾਲ ਸਾਰੇ ਸ਼ਬਦ ਦੀ ਵਿਚਾਰ ਨਹੀਂ ਖੁੱਲ੍ਹਦੀ। ਆਪਾਂ ਨੂੰ ਸਾਰਾ ਸ਼ਬਦ ਵਿਚਾਰਨਾ ਪੈਂਦਾ। ਸੋ ਆਪਾਂ ਸ਼ੁਰੂ ਤੋਂ ਹੀ ਇਹ ਸ਼ਬਦ ਜਿਹੜਾ ਹੈ ਇਹਨੂੰ ਵਿਚਾਰਦੇ ਹਾਂ। ਇੱਥੋਂ ਸ਼ਬਦ ਹੁੰਦਾ ਹੈ, ਸ਼ੁਰੂ ਹੁੰਦਾ ਹੈ, ਜੋਏ ਖਸਮ ਹੈ ਜਾਇਆ। ਇਸਤਰੀ ਨੇ ਖਸਮ ਨੂੰ ਜਨਮ ਦਿੱਤਾ। ਵੇਖੋ ਕਿੱਡੀ ਕਮਾਲ ਦੀ ਗੱਲ ਹੈ, ਇੱਥੇ ਸਮਝਣ ਦੀ ਲੋੜ ਆ ਵੀ ਇਸਤਰੀ ਤੇ ਇੱਕ ਮਨੁੱਖ ਦਾ ਵਿਆਹ ਹੁੰਦਾ, ਉਹਦਾ ਪਤੀ ਪਤਨੀ ਦਾ ਰਿਸ਼ਤਾ ਹੁੰਦਾ ਹੈ। ਪਰ ਇੱਥੇ ਇਹ ਲਿਖਿਆ ਵੀ ਇਸਤਰੀ ਨੇ ਖਸਮ ਨੂੰ ਜਨਮ ਦਿੱਤਾ। ਕਮਾਲ ਦੀ ਗੱਲ ਆ। ਇਸਤਰੀ ਨੇ ਆਪਣੇ ਖਸਮ ਨੂੰ ਕਿਵੇਂ ਜਨਮ ਦੇ ਦਿੱਤਾ? ਇਸਤਰੀ ਆਪਣੇ ਪੁੱਤਰ ਨੂੰ ਤਾਂ ਜਨਮ ਦੇ ਸਕਦੀ ਆ, ਪਰ ਖਸਮ ਨੂੰ ਕਿਵੇਂ ਜਨਮ ਦੇ ਦਿੱਤਾ? ਭਗਤ ਸਾਹਿਬਾਨ ਕਹਿੰਦੇ ਨੇ ਇਸਤਰੀ ਨੇ ਖਸਮ ਨੂੰ ਜਨਮ ਦਿੱਤਾ। ਅੱਗੇ ਲਿਖਿਆ ਭਾਵ ਜਿਸ ਮਨ ਨੂੰ ਮਾਇਆ ਨੇ ਜਨਮ ਦਿੱਤਾ। ਮਤਲਬ ਮਾਇਆ ਜਿਹੜੀ ਉਹ ਇਸਤਰੀ ਆ ਤੇ ਮਨ ਜਿਹੜਾ ਹੈ ਉਹਨੂੰ ਖਸਮ ਆਖਿਆ। ਕਹਿੰਦੇ ਜਿਸ ਮਨ ਨੂੰ ਮਾਇਆ ਨੇ ਜਨਮ ਦਿੱਤਾ ਹੈ ਉਹੀ ਇਸ ਨੂੰ ਭੋਗਣਾ ਹੈ। ਜਿੰਨੇ ਜਨਮ ਦਿੱਤਾ ਉਹੀ ਭੋਗਦਾ। ਹੁਣ ਬੜੀ ਕਮਾਲ ਦੀ ਗੱਲ ਆ ਵੀ ਜਿਹਨੇ ਜਨਮ ਦਿੱਤਾ ਹੋਵੇ ਤੇ ਉਹਨੂੰ ਹੀ ਮੁੜ ਕੇ ਬੰਦਾ ਭੋਗੇ। ਇਹ ਕਿਵੇਂ ਹੋ ਸਕਦਾ? ਸਿੱਧੇ ਸਿੱਧੇ ਅਰਥ ਹੈ, ਸਿਰਫ ਸਾਨੂੰ ਪੜ੍ਹਨ ਦੀ ਲੋੜ ਆ। ਇਸਤਰੀ ਨੇ ਖਸਮ ਨੂੰ ਜਨਮ ਦਿੱਤਾ,
ਭਾਵ ਜਿਸ ਮਨ ਨੂੰ ਮਾਇਆ ਨੇ ਜਨਮ ਦਿੱਤਾ ਉਹੀ ਇਸ ਨੂੰ ਭੋਗਣਾ ਰਿਹਾ ਹੈ। ਉਸ ਤੋਂ ਅਗਲੀ ਪੰਕਤੀ ਹੈ, ਪੂਤ ਬਾਪ ਖਿਲਾਇਆ। ਮਨ ਪੁੱਤਰ ਨੇ ਪਿਓ ਜੀਵ ਆਤਮਾ ਨੂੰ ਖੇਡੇ ਲਾਇਆ ਹੋਇਆ। ਤੇ ਜੇ ਆਪਾਂ ਸੰਸਾਰਿਕ ਤੌਰ ਤੇ ਗੱਲ ਕਰੀਏ ਜਾਂ ਕਰਾਮਾਤੀ ਤੌਰ ਤੇ ਗੱਲ ਵੀ ਕਰ ਲਈਏ, ਤੇ ਪਿਓ ਹੀ ਪੁੱਤ ਨੂੰ ਖਿਡਾਉਂਦਾ, ਪਰ ਇੱਥੇ ਮਨ ਪੁੱਤਰ ਨੇ, ਇੱਥੇ ਪੁੱਤਰ ਨੇ ਪਿਓ ਨੂੰ ਖਿਡਾਇਆ। ਉਲਟੀ ਗੱਲ ਆ, ਇਹ ਸਮਝਣ ਵਾਲੀ ਗੱਲ ਆ। ਮਨ ਪੁੱਤਰ ਨੇ ਪਿਓ ਜੀਵ ਆਤਮਾ ਨੂੰ ਖੇਡੇ ਲਾਇਆ ਹੋਇਆ ਹੈ। ਉਸ ਤੋਂ ਅਗਲੀ ਪੰਕਤੀ ਆ, ਬਿਨ ਸਰਾਵਣਾ ਖੀਰ ਪਿਲਾਇਆ। ਇਹ ਮਨ ਥਣਾ ਤੋਂ ਬਿਨਾਂ ਹੀ ਜੀਵ ਆਤਮਾ ਨੂੰ ਦੁੱਧ ਪਿਲਾ ਰਿਹਾ ਹੈ, ਭਾਵ ਨਾਸਵੰਤ ਪਦਾਰਥਾਂ ਦੇ ਸਵਾਦ ਵਿੱਚ ਪਾ ਰਿਹਾ ਹੈ। ਉਸ ਤੋਂ ਅੱਗੇ, ਦੇਖੋ ਲੋਗਾ ਕਲ ਕੋ ਭਾਉ। ਹੇ ਲੋਕੋ, ਵੇਖੋ ਕਲਯੁਗ ਦਾ ਅਜਬ ਪ੍ਰਭਾਵ ਪੈ ਰਿਹਾ ਹੈ ਕਿ ਪ੍ਰਭੂ ਤੋਂ ਵਿਛੜਨ ਕਰਕੇ ਜੀਵ ਉੱਤੇ ਅਜਬ ਦਬਾਅ ਪਿਆ ਹੋਇਆ ਹੈ। ਕਹਿੰਦੇ ਸੁੱਤ ਮੁਕਲਾਈ ਆਪਣੀ ਮਾਓ। ਕਿੱਡੀ ਕਮਾਲ ਦੀ ਗੱਲ ਆ। ਬਿਨਾਂ ਵਿਚਾਰਨ ਤੋਂ ਪੁੱਤਰ ਨੇ ਆਪਣੀ ਮਾਂ ਨੂੰ ਵਿਆਹ ਲਿਆ। ਜੇ ਤੁਸੀਂ ਸਿੱਧੇ ਸਿੱਧੇ ਅਰਥ ਕਰੋਗੇ ਤੇ ਸੁੱਤ ਮੁਕਲਾਈ ਆਪਣੀ ਮਾਓ, ਪੁੱਤਰ ਨੇ ਆਪਣੀ ਮਾਂ ਨੂੰ ਵਿਆਹ ਲਿਆ। ਤੇ ਜੇ ਅਸੀਂ ਕਹੀਏ ਵੀ ਜੇ ਰੱਬ ਚਾਹਵੇ ਤੇ ਇਦਾਂ ਹੋ ਸਕਦਾ, ਜੇ ਗੁਰੂ ਚਾਹਵੇ ਤੇ ਇਦਾਂ ਹੋ ਸਕਦਾ, ਇਦਾਂ ਦੇ ਸਾਨੂੰ ਜਵਾਬ ਮਿਲਦੇ ਆ ਤੇ ਗਾਲਾਂ ਵੀ ਲੋਕ ਕੱਢਣ ਲੱਗ ਪੈਂਦੇ ਨੇ। ਪਰ ਹੁਣ ਇੱਥੇ ਵਿਚਾਰਨ ਵਾਲੀ ਇਹ ਗੱਲ ਹੈ, ਉਹ ਬੰਦਾ ਸਿਆਣਾ ਨਹੀਂ ਜਿਹੜਾ ਗਾਲਾਂ ਕੱਢਦਾ। ਜਿਹੜਾ ਸੁਹਿਰਦ ਤਰੀਕੇ ਦੇ ਨਾਲ, ਜਿਹੜਾ ਸੱਭਿਅਕ ਤਰੀਕੇ ਦੇ ਨਾਲ ਵਿਚਾਰ ਕਰਦਾ, ਉਹ ਹੀ ਇੱਕ ਇਨਸਾਨ ਤੇ ਮਨੁੱਖ ਹੈ। ਤੇ ਜਿਹੜਾ ਬੰਦਾ ਗਾਲਾਂ ਤੇ ਉਤਰ ਆਉਂਦਾ, ਉਹ ਮੂਰਖ ਤੇ ਪਸ਼ੂ ਹੀ ਹੋ ਸਕਦਾ। ਹੁਣ ਵੇਖੋ, ਸੁੱਤ ਮੁਕਲਾਈ ਆਪਣੀ ਮਾਓ, ਪੁੱਤਰ ਨੇ ਆਪਣੀ ਮਾਂ ਨੂੰ ਵਿਆਹ ਲਿਆ। ਕਮਾਲ ਦੀ ਗੱਲ। ਜਿਸ ਦੇ ਅਰਥ ਕਰੀਏ ਤੇ ਜੇ ਐਵੇਂ ਕਹਿ ਲਈਏ ਵੀ ਜੇ ਰੱਬ ਗੁਰੂ ਚਾਹਵੇ ਤਾਂ ਸਭ ਕੁਝ ਹੋ ਸਕਦਾ। ਕਹਿੰਦੇ ਮਨ ਰੂਪੀ ਪੁੱਤਰ ਨੇ ਆਪਣੀ ਮਾਂ ਮਾਇਆ ਨੂੰ ਵਿਆਹ ਲਿਆ ਹੈ। ਇਹ ਇਸ ਸ਼ਬਦ ਦੇ ਅਰਥ ਨੇ। ਉਸ ਤੋਂ ਅੱਗੇ, ਪੱਗਾ ਬਿਨ ਹੁਰੀਆ ਮਾਰਤਾ। ਕਹਿੰਦੇ ਪੈਰ ਨਹੀਂ ਆ ਪਰ ਛਾਲਾਂ ਮਾਰਦਾ ਫਿਰਦਾ। ਤੇ ਜੇ ਆਪਾਂ ਕਰਾਮਾਤੀ ਵਿਚਾਰਾਂ ਜਾਂ ਕਰਾਮਾਤੀ ਸਾਖੀਆਂ ਨਾਲ ਜੋੜੀਏ, ਕਹਿੰਦੇ ਜੇ ਰੱਬ ਚਾਹਵੇ, ਪਰਮਾਤਮਾ ਚਾਹਵੇ ਤੇ ਬਿਨਾਂ ਪੈਰਾਂ ਤੋਂ ਵੀ ਬੰਦਾ ਛਾਲਾਂ ਮਾਰ ਸਕਦਾ। ਹੋ ਸਕਦਾ ਮਾਰਦਾ ਹੋਵੇ ਜਾਂ ਮਾਰ ਲਵੇ, ਪਰਮਾਤਮਾ ਕਰ ਸਕਦਾ। ਅਸੀਂ ਵੀ ਮੰਨਦੇ ਪਰਮਾਤਮਾ ਕਰ ਸਕਦਾ। ਪਰ ਜਿਹੜੀ ਵਿਚਾਰ, ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੈ, ਕੀ ਇਹਦੇ ਅਰਥ ਉਹੀ ਬਣਦੇ ਆ ਵੀ ਜੇ ਰੱਬ ਚਾਹਵੇ ਤਾਂ ਸਭ ਕੁਝ ਹੋ ਸਕਦਾ? ਪੱਗਾਂ ਬਿਨ ਹੁਰੀਆ ਮਾਰਤਾ। ਕਹਿੰਦੇ ਇਸ ਮਨ ਦੇ ਕੋਈ ਪੈਰ ਨਹੀਂ ਹਨ, ਪਰ ਫਿਰ ਵੀ ਛਾਲਾਂ ਮਾਰਦਾ ਫਿਰਦਾ ਹੈ। ਕਮਾਲ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸੱਚੇ ਪਾਤਸ਼ਾਹ ਸਾਨੂੰ ਦਿੱਤੀ। ਸਾਡੀ ਬਦਕਿਸਮਤੀ ਆ ਵੀ ਅਸੀਂ ਉਹਨੂੰ ਚੰਗੀ ਤਰ੍ਹਾਂ ਵਿਚਾਰਿਆ ਨਹੀਂ। ਅੱਗੇ ਕਹਿੰਦੇ ਨੇ, ਬਦਨੈ ਬਿਨ ਖਿਰਖਿਰ ਹਾਸਤਾ। ਇਹਦਾ ਮੂੰਹ ਨਹੀਂ ਆ ਪਰ ਖਿੜਖਿੜ ਹੱਸਦਾ। ਕਮਾਲ ਹੋ ਗਈ। ਮੈਂ ਤਾਂ ਪ੍ਰਸੰਨ ਹੋ ਗਿਆ ਇਹ ਬਾਣੀ ਸ਼ਬਦ ਦਾ ਵਿਚਾਰ ਪੜ੍ਹ ਕੇ। ਕਹਿੰਦੇ ਮੂੰਹ ਨਹੀਂ ਆ ਪਰ ਹੱਸਦਾ ਖਿੜਖਿੜ ਕੇ ਆ। ਬਦਨੈ ਬਿਨ ਖਿਰਖਿਰ ਹਾਸਤਾ। ਇਸ ਦਾ ਮੂੰਹ ਨਹੀਂ ਪਰ ਖਿੜਖਿੜ ਕੇ ਹੱਸਦਾ ਫਿਰਦਾ ਹੈ। ਕਹਿੰਦੇ ਨਿੰਦਰਾ ਬਿਨ ਨਰ ਪੈ ਸੋਵੈ। ਜੇ ਨੀਂਦ ਨਾ ਆਉਂਦੀ ਹੋਵੇ ਨਾ ਤੇ ਬੰਦਾ ਕਿਵੇਂ ਸੌਂ ਸਕਦਾ ਹੈ? ਇੱਥੇ ਭਗਤ ਸਾਹਿਬ ਕਹਿੰਦੇ ਨੇ ਵੀ ਨੀਂਦਰ ਤੋਂ ਬਿਨਾਂ ਹੀ ਬੰਦਾ ਸੁੱਤਾ ਪਿਆ। ਜੀਵ ਦਾ ਅਸਲਾ ਤਾਂ ਐਸਾ ਹੈ ਕਿ ਇਸ ਨੂੰ ਮਾਇਆ ਦੀ ਨੀਂਦ ਨਹੀਂ ਵਿਆਪ ਸਕਦੀ। ਅੱਗੇ ਬਿਨ ਬਾਸਨ ਖੀਰ ਬਲੋਵੈ। ਕਹਿੰਦੇ ਜੀਵ ਲੰਮੀ ਤਾਣ ਕੇ ਸੁੱਤਾ ਪਿਆ ਤੇ ਭਾਂਡੇ ਤੋਂ ਬਿਨਾਂ ਦੁੱਧ ਰਿੜਕ ਰਿਹਾ। ਹੁਣ ਜੇ ਅਸੀਂ ਕਹੀਏ ਵੀ ਜੇ ਰੱਬ ਚਾਹਵੇ ਤਾਂ ਭਾਂਡੇ ਤੋਂ ਬਿਨਾਂ ਵੀ ਦੁੱਧ ਰਿੜਕਿਆ ਜਾ ਸਕਦਾ ਹੈ, ਪਰ ਇਹ ਸ਼ਬਦ ਦੇ ਅਰਥ ਇਹ ਨੇ ਵੀ ਭਾਂਡੇ ਤੋਂ ਬਿਨਾਂ ਦੁੱਧ ਰਿੜਕ ਰਿਹਾ ਹੈ, ਭਾਵ ਛੇਕ ਚਲੀ ਵਾਂਗ ਘਾੜਤਾਂ ਘਟਦਾ ਫਿਰਦਾ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਕਿ
ਦੁੱਧ ਤੋਂ ਬਿਨਾਂ ਪਾਣੀ ਰਿੜਕਣਾ ਜਿਹੜਾ ਉਹ ਵਿਅਰਥ ਆ। ਉਸ ਤੋਂ ਅੱਗੇ ਬਿਨ ਅਸਥਨ ਗਊ ਲਵੇਰੀ, ਜਿਹਦੀ ਆਪਾਂ ਪਹਿਲਾਂ ਗੱਲ ਕੀਤੀ ਆ, ਬਿਨਾਂ ਥਣਾ ਤੋਂ ਗਊ ਲਵੇਰੀ ਹੋ ਗਈ। ਬੜਾ ਅਜੀਬ ਲੱਗਦਾ, ਬੜਾ ਹਾਸਾ ਆਉਂਦਾ ਇਸ ਗੱਲ ਤੇ, ਜਦੋਂ ਕਰਾਮਾਤੀ ਸਾਖੀਆਂ ਸੁਣਨ ਵਾਲੇ ਤੇ ਸੁਣਾਉਣ ਵਾਲੇ ਤੇ ਮੰਨਣ ਵਾਲੇ ਜਿਹੜੇ ਨੇ, ਜਦੋਂ ਇਹ ਗੱਲਾਂ ਕਰਦੇ ਆ ਵੀ ਜੇ ਗੁਰੂ ਚਾਹਵੇ ਤੇ ਸਭ ਕੁਝ ਹੋ ਸਕਦਾ। ਪਰ ਇੱਥੇ ਅਰਥ ਕੁਝ ਹੋਰ ਨੇ। ਸਾਨੂੰ ਗੁਰੂ ਸਾਹਿਬ ਨੇ, ਭਗਤਾਂ ਨੇ ਸਮਝਾਉਣ ਦਾ ਕੁਝ ਹੋਰ ਯਤਨ ਕੀਤਾ। ਇਹਨੂੰ ਸਮਝਣ ਦੀ ਲੋੜ ਆ, ਨਾ ਕਿ ਇਹ ਗੱਲ ਕਹਿ ਕੇ ਵੀ ਰੱਬ ਚਾਹਵੇ ਤੇ ਸਭ ਕੁਝ ਹੋ ਸਕਦਾ। ਕਹਿੰਦੇ ਬਿਨ ਅਸਥਨ ਗਊ ਲਵੇਰੀ, ਗਾਂ ਪਾਸੋਂ ਸੁੱਖ ਤਾਂ ਨਹੀਂ ਮਿਲ ਸਕਦੇ, ਪਰ ਇਹ ਮਨ ਨੂੰ ਝੂਠੇ ਪਦਾਰਥਾਂ ਰੂਪੀ ਦੁੱਧ ਵਿੱਚ ਮੋਹ ਰਹੀ ਹੈ। ਫਿਰ ਕਹਿੰਦੇ ਪੈਡੇ ਬਿਨ ਬਾਟ ਘਨੇਰੀ, ਕਹਿੰਦੇ ਪੈੜਾ ਕੀਤਾ ਹੀ ਨਹੀਂ ਤੇ ਵਾਟ ਜਿਹੜੀ ਉਹ ਬਹੁਤੀ। ਆਪਣੇ ਅਸਲੇ ਅਨੁਸਾਰ ਤਾਂ ਜੀਵ ਨੂੰ ਕੋਈ ਭਟਕਣਾ ਨਹੀਂ ਸੀ ਚਾਹੀਦੀ, ਪਰ ਕਲ ਕਾ ਭਾਉ ਵੇਖੋ, ਕਲਯੁਗ ਦਾ ਇਹ ਵੇਖੋ ਅਸਰ। ਕਹਿੰਦੇ ਲੰਬੇ ਪੈਂਡੇ ਭਾਵ 84 ਦੇ ਗੇੜ ਦੇ ਵਿੱਚ ਪਿਆ ਹੋਇਆ ਹੈ। ਬਿਨ ਸਤਗੁਰ ਬਾਟ ਨਾ ਪਾਈ। ਅੱਗੇ ਕਬੀਰ ਸਾਹਿਬ ਕਹਿੰਦੇ ਨੇ, ਹੇ ਕਬੀਰ, ਇਸ ਜਗਤ ਨੂੰ ਸਮਝਾ ਕੇ ਦੱਸ, ਕਹੋ ਕਬੀਰ ਸਮਝਾਈ। ਸਤਿਗੁਰੂ ਤੋਂ ਬਿਨਾਂ ਜੀਵਨ ਸਫਰ ਦਾ ਸਹੀ ਰਸਤਾ ਨਹੀਂ ਲੱਭ ਸਕਦਾ। ਕਹੋ ਕਬੀਰ ਸਮਝਾਈ, ਸਤਿਗੁਰੂ ਤੋਂ ਬਿਨਾਂ ਜੀਵਨ ਸਫਰ ਦਾ ਸਹੀ ਰਸਤਾ ਨਹੀਂ ਲੱਭ ਸਕਦਾ। ਇਹ ਕਬੀਰ ਸਾਹਿਬ ਦਾ ਸ਼ਬਦ ਆਪ ਜੀ ਦੇ ਨਾਲ ਸਾਂਝਾ ਕੀਤਾ। ਸੋ ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਸ਼ਬਦ ਨੇ। ਪਹਿਲਾਂ ਪੂਤ ਪਛੈਰੀ ਮਾਈ, ਬਾਦਲ ਬਿਨ ਬਰਖਾ ਹੋਈ, ਬਿਨ ਅਸਥਨ ਗਊ ਲਵੇਰੀ, ਜਲ ਕੀ ਮਛਲੀ ਚਰੈ ਖਜੂਰ। ਇਹੋ ਜਿਹੇ ਬਹੁਤ ਸਾਰੇ ਐਸੇ ਸ਼ਬਦ ਨੇ ਜਿਹੜੇ ਸਾਨੂੰ ਪੜ੍ਹਨ ਨੂੰ ਤੇ ਵਿਚਾਰਨ ਦੀ ਲੋੜ ਆ। ਮੈਨੂੰ ਆਸ ਆ ਕਿ ਇਹ ਸ਼ਬਦ ਆਪ ਜ਼ਰੂਰ ਆਪ ਜੀ ਦੀ ਸਮਝ ਵਿੱਚ ਪਵੇਗਾ ਤੇ ਤੁਹਾਡੇ ਮਨ ਦੇ ਵਿੱਚ ਇਸ ਸ਼ਬਦ ਨੂੰ ਪੜ੍ਹਨ ਦੀ ਤੇ ਵਿਚਾਰਨ ਦੀ ਹੋਰ ਰੁਚੀ ਪੈਦਾ ਹੋਵੇਗੀ। ਤੇ ਗੁਰੂ ਕਿਰਪਾ ਕਰੇ ਵੀ ਤੁਹਾਨੂੰ ਮਨ ਦੇ ਵਿੱਚ ਚਾਉ ਪੈਦਾ ਹੋਵੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਪੜ੍ਹਨੇ ਨੇ। ਜਿੰਨਾ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪੂਰੇ ਅਰਥ ਨਹੀਂ ਪੜ੍ਹਦੇ ਅਤੇ ਸਮਝਦੇ, ਉਹਨਾਂ ਤੱਕ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਅ ਨਹੀਂ ਆਉਣ ਵਾਲਾ ਤੇ ਨਾ ਹੀ ਸਾਨੂੰ ਕੋਈ ਗਿਆਨ ਮਿਲਣ ਵਾਲਾ ਹੈ। ਕਰਾਮਾਤੀ ਗੱਲਾਂ ਤਾਂ ਅਸੀਂ ਬਹੁਤ ਕਰਦੇ ਵੀ ਹਾਂ ਤੇ ਸੁਣਦੇ ਵੀ ਹਾਂ ਤੇ ਪਹਿਲਾਂ ਵੀ ਬਹੁਤ ਸੁਣੀਆਂ ਨੇ। ਸੋ ਇੱਥੇ ਮੈਂ ਆਪਣੀ ਵੀਡੀਓ ਨੂੰ ਸਮਾਪਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।